ਹੈਲੋ एवरीवन होप ਤੁਸੀਂ बहुत ਵਧੀਆ ਹੋਗੇ ਸਾਰੇ। ਔਰ ਅੱਜ ਆਪਾਂ ਇਸ ਲੈਕਚਰ 'ਚ ਗੱਲ ਕਰਾਂਗੇ ਬੜਾ ਇੰਪੋਰਟੈਂਟ ਚੈਪਟਰ ਆਫ ਕਲਾਸ +2 ਇਲੈਕਟ੍ਰੋਕੈਮਿਸਟਰੀ। ਸੋ ਇਹਦੇ ਵਿੱਚ ਅਗਰ ਗੱਲ ਕਰ ਲਾਂ ਮੈਂ ਪੰਜਾਬ ਬੋਰਡ ਦੀ, ਤਾਂ ਪੰਜਾਬ ਬੋਰਡ ਦੇ ਵਿੱਚ ਇਹਦੇ ਵਿੱਚ ਇੱਕ ਕੁਐਸਚਨ ਜਿਹੜਾ ਆ 3 ਨੰਬਰਾਂ ਦਾ ਆਏਗਾ ਔਰ ਇੱਕ ਮੇਰੇ ਖਿਆਲ ਨਾਲ 1 ਨੰਬਰਾਂ ਦਾ MCQ ਆ ਸਕਦਾ, ਠੀਕ ਹੈ। ਸੋ ਜਿਹੜਾ 3 ਨੰਬਰਾਂ ਦਾ ਕੁਐਸਚਨ ਆ ਉਹ ਮੋਸਟ ਪ੍ਰੋਬਬਲੀ ਇਹ ਹੋਏਗਾ ਕਿ ਨੂਮੈਰੀਕਲ ਆ ਸਕਦਾ किसी भी बेस पे, ठीक है, ਜਾਂ ਕੋਲਾਸ਼ ਲਾ ਜਾਂ ਕਿਸੇ ਵੀ ਬੇਸ ਤੇ ਜਾਂ ਫਿਰ ਕੋਈ ਕੁਐਸਚਨ ਆ ਸਕਦਾ ਹੈ। ਸੋ ਆਪਾਂ ਇਹਨੂੰ ਪੂਰੀ ਅੱਛੀ ਤਰ੍ਹਾਂ ਕਰ ਲਾਂਗੇ, ਠੀਕ ਹੈ। ਸੋ ਵਾਟ ਇਜ਼ ਬੇਸਿਕਲੀ ਇਲੈਕਟ੍ਰੋਕੈਮਿਸਟਰੀ। ਇਲੈਕਟ੍ਰੋਕੈਮਿਸਟਰੀ ਪੜ੍ਹਨ ਤੋਂ ਪਹਿਲਾਂ ਵਾਟ ਇਜ਼ ਕੈਮੀਕਲ ਰਿਐਕਸ਼ਨ। ਬੇਸਿਕਲੀ ਕਿ ਕੋਈ ਵੀ ਰਿਐਕਸ਼ਨ, ਇਹਦੇ ਵਿੱਚ ਅਸੀਂ ਰਿਐਕਸ਼ਨਸ ਪੜ੍ਹਨੀਆਂ ਨਾ, ਵਾਟ ਇਜ਼ ਇਲੈਕਟ੍ਰੋਕੈਮੀਕਲ ਰਿਐਕਸ਼ਨ, ਵਾਟ ਇਜ਼ ਰਿਐਕਸ਼ਨ। ਸੋ ਬੇਸਿਕਲੀ ਵਾਟ ਇਜ਼ ਕੈਮੀਕਲ ਰਿਐਕਸ਼ਨ, ਹੁੰਦਾ ਕੀ ਹੈ ਕੈਮੀਕਲ ਰਿਐਕਸ਼ਨ। ਸੋ ਅਗਰ ਕਿਸੇ ਵੀ ਚੀਜ਼ ਨੂੰ ਦੋ ਰਿਐਕਟੈਂਟਸ ਨੂੰ, ਠੀਕ ਹੈ, ਦੋ ਰਿਐਕਟੈਂਟਸ ਮੀਨਸ ਕੋਈ ਵੀ ਦੋ ਚੀਜ਼ਾਂ ਨੂੰ, ਠੀਕ ਹੈ, ਕੋਈ ਵੀ ਸੌਲਟ ਹੈ, ਸੋਲਿਊਸ਼ਨ ਹੈ, ਠੀਕ ਹੈ, ਜਦੋਂ ਅਸੀਂ ਉਸ ਚੀਜ਼ ਨੂੰ ਇੱਕ ਟੈਸਟ ਟਿਊਬ 'ਚ ਪਾਉਂਦੇ ਹਾਂ, ਠੀਕ ਹੈ, ਉਹਨਾਂ ਦੀ ਰਿਐਕਸ਼ਨ ਕਰਵਾਉਂਦੇ ਹਾਂ, ਉਹਨਾਂ ਨੂੰ ਮਿਕਸ ਕਰਦੇ ਹਾਂ, ਠੀਕ ਹੈ, ਇੱਕ ਟੈਸਟ ਟਿਊਬ ਦੇ ਵਿੱਚ ਜਾਂ ਇੱਕ ਬੀਕਰ ਦੇ ਵਿੱਚ, ਉਹਨੂੰ ਅਸੀਂ ਕੀ ਕਹਿੰਦੇ ਹਾਂ, ਕੈਮੀਕਲ ਰਿਐਕਸ਼ਨ ਕਹਿੰਦੇ ਹਾਂ। ਸੋ ਦ ਰਿਐਕਸ਼ਨ ਬਿਟਵੀਨ ਟੂ ਰਿਐਕਟੈਂਟਸ ਜੋ ਅਸੀਂ ਕੈਰੀ ਕਰਦੇ ਹਾਂ ਨੇ ਟੈਸਟ ਟਿਊਬ ਜਾਂ ਫਿਰ ਬੀਕਰ ਦੇ ਵਿੱਚ, ਉਹਨੂੰ ਆਪਾਂ ਕੈਮੀਕਲ ਰਿਐਕਸ਼ਨ ਕਹਿੰਦੇ ਹਾਂ, ਠੀਕ ਹੈ। ਸੋ ਵਾਟ ਇਜ਼ ਇਲੈਕਟ੍ਰੋਕੈਮੀਕਲ ਰਿਐਕਸ਼ਨ। ਹੁਣ ਅਗਰ ਅਸੀਂ ਕੈਮੀਕਲ ਰਿਐਕਸ਼ਨ ਦੀ ਗੱਲ ਕਰ ਲਈ ਆ, ਤੇ ਹੁਣ ਅਗਰ ਗੱਲ ਕਰੀਏ ਕਿ ਇਲੈਕਟ੍ਰੋਕੈਮੀਕਲ ਰਿਐਕਸ਼ਨ ਕੀ ਹੁੰਦੀ ਆ। ਇਲੈਕਟ੍ਰੋਕੈਮੀਕਲ ਰਿਐਕਸ਼ਨ ਹੁੰਦੀ ਆ ਜਿਹਦੇ ਵਿੱਚ ਇਲੈਕਟ੍ਰਿਸਿਟੀ ਜਾਂ ਤਾਂ ਪ੍ਰੋਡਿਊਸ ਹੁੰਦੀ ਆ ਤੇ ਜਾਂ ਫਿਰ ਕੰਜ਼ਿਊਮ ਹੁੰਦੀ ਆ। ਮਤਲਬ ਕੋਈ ਵੀ ਰਿਐਕਸ਼ਨ ਜਿਹਦੇ ਵਿੱਚ ਜਾਂ ਤਾਂ ਅਸੀਂ ਉਸ ਚੀਜ਼ ਨੂੰ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਦੇ ਹਾਂ ਤਾਂ ਉਹ ਬਣ ਜੇ, ਕੋਈ ਪ੍ਰੋਡਕਟ ਜੇ ਅਸੀਂ ਬਣਾਉਣਾ ਹੈ ਤਾਂ ਜਾਂ ਤਾਂ ਅਸੀਂ ਇਲੈਕਟ੍ਰਿਸਿਟੀ ਪ੍ਰੋਵਾਈਡ ਕਰਕੇ ਉਸ ਚੀਜ਼ ਨੂੰ ਬਣਵਾਉਂਦੇ ਹਾਂ ਜਾਂ ਫਿਰ ਉਹਦੇ ਤੋਂ ਅਸੀਂ ਇਲੈਕਟ੍ਰਿਸਿਟੀ ਕੰਜ਼ਿਊਮ ਕਰਦੇ ਹਾਂ, ਠੀਕ ਹੈ। ਸੋ ਦੈਟ ਇਜ਼ ਇਲੈਕਟ੍ਰੋਕੈਮੀਕਲ ਰਿਐਕਸ਼ਨ। ਸੋ ਆਈ ਹੋਪ ਇੱਥੋਂ ਤੱਕ ਤੁਹਾਨੂੰ ਕਲੀਅਰ ਹੋਊਗਾ। ਹੁਣ ਅਗਰ ਅਸੀਂ ਗੱਲ ਕਰੀਏ ਇਲੈਕਟ੍ਰੋਕੈਮਿਸਟਰੀ ਦੀ, ਤਾਂ ਇਲੈਕਟ੍ਰੋਕੈਮਿਸਟਰੀ ਬੇਸਿਕਲੀ ਇਲੈਕਟ੍ਰੋ ਮੀਨਸ ਇਲੈਕਟ੍ਰਿਸਿਟੀ, ਠੀਕ ਹੈ। ਇਲੈਕਟ੍ਰੋ ਅਗਰ ਅਸੀਂ ਵਰਡ ਨੂੰ ਦੇਖੀਏ ਤਾਂ ਇਲੈਕਟ੍ਰੋ ਦਾ ਮਤਲਬ ਕੀ ਹੈ, ਇਲੈਕਟ੍ਰਿਸਿਟੀ। ਸੋ ਇਲੈਕਟ੍ਰਿਸਿਟੀ ਦੀ ਹੈਲਪ ਨਾਲ ਦ ਬ੍ਰਾਂਚ ਆਫ ਸਾਇੰਸ ਵਿਚ ਡੀਲਸ ਵਿਦ ਦ ਸਟੱਡੀ ਆਫ ਆਲ ਕੈਮੀਕਲ ਐਂਡ ਫਿਜ਼ੀਕਲ ਪ੍ਰੋਸੈਸਿਸ ਇਨ ਵਿਚ ਇਲੈਕਟ੍ਰਿਸਿਟੀ ਜਾਂ ਤਾਂ ਪ੍ਰੋਡਿਊਸ ਹੋ ਰਹੀ ਹੈ ਤੇ ਜਾਂ ਫਿਰ ਕੰਜ਼ਿਊਮ ਹੋ ਰਹੀ ਹੈ, ਉਹਨੂੰ ਅਸੀਂ ਇਲੈਕਟ੍ਰੋਕੈਮਿਸਟਰੀ ਕਹਿੰਦੇ ਹਾਂ, ਠੀਕ ਹੈ। ਇਟ ਇਜ਼ ਅ ਸਟੱਡੀ ਆਫ ਰਿਲੇਸ਼ਨਸ਼ਿਪ ਬਿਟਵੀਨ ਇਲੈਕਟ੍ਰੀਕਲ ਐਨਰਜੀ, ਜਾਂ ਤਾਂ ਇਲੈਕਟ੍ਰਿਸਿਟੀ ਅਸੀਂ ਉਸ ਚੀਜ਼ ਨੂੰ ਪ੍ਰੋਵਾਈਡ ਕਰ ਰਹੇ ਹਾਂ, ਜਾਂ ਅਸੀਂ ਕੰਜ਼ਿਊਮ ਕਰ ਰਹੇ ਹਾਂ, ਜਾਂ ਅਸੀਂ ਪ੍ਰੋਡਿਊਸ ਕਰ ਰਹੇ ਹਾਂ, ਐਂਡ ਕੈਮੀਕਲ ਐਨਰਜੀ। ਔਰ ਨਾਓ ਇਲੈਕਟ੍ਰਿਸਿਟੀ ਇਜ਼ ਪ੍ਰੋਡਿਊਸ ਫਰਮ ਕੈਮੀਕਲ ਰਿਐਕਸ਼ਨ, ਇਹਨੂੰ ਅਸੀਂ ਇਲੈਕਟ੍ਰੋਕੈਮਿਸਟਰੀ ਕਹਿੰਦੇ ਹਾਂ, ਠੀਕ ਹੈ। ਆਈ ਹੋਪ ਤੁਹਾਨੂੰ ਇੱਥੋਂ ਤੱਕ ਸਮਝ ਆਈ ਹੋਊਗੀ ਗੱਲ, ਠੀਕ ਹੈ। ਹੁਣ ਇਹਦੇ ਵਿੱਚ ਜੋ ਚੀਜ਼ਾਂ ਹੁੰਦੀਆਂ ਉਹ ਹੁੰਦੀ ਆ ਆਕਸੀਡੇਸ਼ਨ ਰਿਐਕਸ਼ਨ, ਰਿਡਕਸ਼ਨ ਰਿਐਕਸ਼ਨ, ਫਿਰ ਰਿਡੌਕਸ ਰਿਐਕਸ਼ਨ ਆਉਂਦੀ ਆ। ਫਿਰ ਅਗਰ ਮੈਂ ਗੱਲ ਕਰਾਂ ਇਹਦੇ ਵਿੱਚ ਕੀ ਸਿਲੇਬਸ ਜੋ ਅੱਗੇ ਜਾ ਕੇ ਸਾਨੂੰ ਆਏਗਾ, ਉਹ ਕੰਡਕਟੈਂਸ ਹੋ ਸਕਦੀ ਹੈ, ਠੀਕ ਹੈ, ਸਪੈਸੀਫਿਕ ਐਂਡ ਮੋਲਰ ਕੰਡਕਟਿਵਿਟੀ, ਕੋਲਾਸ਼ ਲਾ ਜੋ ਬਹੁਤ ਇੰਪੋਰਟੈਂਟ ਹੈ, ਜਿਹੜਾ ਨੂਮੈਰੀਕਲ ਹੈ ਉਹ ਪਿਛਲੇ ਜਿਹੜਾ ਇਸ ਸਾਲ ਪੇਪਰ ਹੋਏ ਆ ਮਾਰਚ ਦੇ ਵਿੱਚ, ਉਹਦੇ ਵਿੱਚ ਕੋਲਾਸ਼ ਲਾ ਤੇ ਨੂਮੈਰੀਕਲ ਆਇਆ, ਬੜਾ ਈਜ਼ੀ ਨੂਮੈਰੀਕਲ ਸੀ ਪੰਜਾਬ ਬੋਰਡ ਦੇ ਵਿੱਚ। ਡਰਾਈ ਸੈੱਲ ਬਾਰੇ ਗੱਲ ਕਰਾਂਗੇ, ਠੀਕ ਹੈ, ਨਰਨਸਟ ਇਕੁਏਸ਼ਨ ਐਂਡ ਆਲ ਫਿਊਲ ਸੈੱਲ ਕੋਰੀਸ਼ਨ, ਠੀਕ ਹੈ, ਫੈਰਾਡੇ ਲਾਜ਼, ਇਹਦੇ ਵਿੱਚ ਇਹ ਵਾਲੇ ਜਿਹੜੇ ਆ ਸਾਰੇ ਟੌਪਿਕਸ ਕਵਰ ਹੋਣਗੇ, ਠੀਕ ਹੈ। ਸੋ ਅੱਜ ਦੀ ਜਿਹੜੀ ਵੀਡੀਓ ਹੈ ਜ਼ਿਆਦਾ ਲੰਬੀ ਨਹੀਂ ਬਣਾਉਂਗੀ ਮੈਂ, ਇਸ ਤੋਂ ਬਾਅਦ ਮੈਂ ਤੁਹਾਨੂੰ ਦੱਸੂਗੀ ਕਿ ਵਾਟ ਇਜ਼ ਬੇਸਿਕਲੀ ਰਿਡਕਸ਼ਨ ਰਿਐਕਸ਼ਨ ਤੇ ਆਕਸੀਡੇਸ਼ਨ ਰਿਐਕਸ਼ਨ। ਅਗਰ ਅਸੀਂ ਗੱਲ ਕਰ ਲਈਏ ਆਕਸੀਡੇਸ਼ਨ ਦੀ, ਤਾਂ ਆਕਸੀਡੇਸ਼ਨ ਦਾ ਮਤਲਬ ਆਰਗੈਨਿਕ ਤੇ ਇਨਆਰਗੈਨਿਕ ਦੇ ਵਿੱਚ ਡਿਫਰੈਂਟ ਆ। ਜਦੋਂ ਆਪਾਂ ਆਰਗੈਨਿਕ ਕਰਾਂਗੇ ਆਪਾਂ ਉਦੋਂ ਦਾ ਮਤਲਬ ਸਮਝ ਲਾਂਗੇ। ਬੇਸਿਕਲੀ ਇਹਦੇ ਵਿੱਚ ਆਕਸੀਡੇਸ਼ਨ ਦਾ ਮਤਲਬ ਕੀ ਹੁੰਦਾ ਹੈ, ਆਕਸੀਡੇਸ਼ਨ ਦਾ ਮਤਲਬ ਹੁੰਦਾ ਲਾਸ ਆਫ ਇਲੈਕਟ੍ਰੋਨ, ਠੀਕ ਹੈ। ਇਹ ਬੱਚਿਆਂ ਨੂੰ ਬਹੁਤ ਵਾਰੀ ਭੁੱਲਦਾ ਹੈ ਐਂਡ ਬੇਸਿਕਲੀ ਜੋ ਇਹਦੇ ਨੂਮੈਰੀਕਲ ਚਾਹੁੰਦੇ ਆ ਨਾ, ਉਹ ਇਸੇ ਕੰਸੈਪਟ ਤੇ ਬੇਸ ਆ ਕਿ ਆਕਸੀਡੇਸ਼ਨ 'ਚ ਕੀ ਹੁੰਦਾ ਹੈ, ਲਾਸ ਆਫ ਇਲੈਕਟ੍ਰੋਨਸ, ਮਤਲਬ ਕਿ ਅਸੀਂ ਇਲੈਕਟ੍ਰੋਨਸ ਜਿਹੜੇ ਆ ਸਾਨੂੰ ਘੱਟਦੇ ਆ, ਠੀਕ ਹੈ। ਤੇ ਰਿਡਕਸ਼ਨ ਦਾ ਮਤਲਬ ਹੁੰਦਾ ਗੇਨ ਆਫ ਇਲੈਕਟ੍ਰੋਨ। ਇਹਨੂੰ ਯਾਦ ਕਰਨ ਦਾ ਇੱਕ ਤਰੀਕਾ ਹੈ ਲਿਓ ਤੇ ਜਰ, ਠੀਕ ਹੈ। ਲਿਓ ਮੀਨਸ ਲਾਸ ਆਫ ਇਲੈਕਟ੍ਰੋਨ ਔਰ ਉਹਨੂੰ ਆਕਸੀਡੇਸ਼ਨ ਕਹਿੰਦੇ ਆ, ਤੇ ਜਰ ਮੀਨਸ ਗੇਨ ਆਫ ਇਲੈਕਟ੍ਰੋਨਸ, ਉਹਨੂੰ ਕੀ ਕਹਿੰਦੇ ਆ, ਰਿਡਕਸ਼ਨ, ਠੀਕ ਹੈ। ਇਹਦੇ ਵਿੱਚ ਅਸੀਂ ਆਕਸੀਡੇਸ਼ਨ ਤੇ ਰਿਡਕਸ਼ਨ ਦੀ ਗੱਲ ਕਰਾਂਗੇ। ਹੁਣ ਮੈਂ ਤੁਹਾਨੂੰ ਦੱਸਦੀ ਹਾਂ ਕਿ ਆਕਸੀਡੇਸ਼ਨ ਤੇ ਰਿਡਕਸ਼ਨ ਬੇਸਿਕਲੀ ਹੁੰਦਾ ਕੀ ਆ। ਸਪੋਜ਼ ਕਰੋ ਅਗਰ ਮੈਂ ਆਕਸੀਡੇਸ਼ਨ ਦੀ ਗੱਲ ਕਰਦੀ ਹਾਂ, ਇਫ ਆਈ ਟਾਕ ਅਬਾਊਟ ਆਕਸੀਡੇਸ਼ਨ, ਸੋ ਆਕਸੀਡੇਸ਼ਨ 'ਚ ਕੀ ਕਰੇਗਾ, ਸਪੋਜ਼ ਕਰੋ ਇਹ ਕੋਈ ਵੀ ਆਪਣਾ ਇੱਕ ਪ੍ਰੋਡਕਟ ਆ ਜਾਂ ਆਪਣਾ ਹੈਗਾ ਆ ਸਾਡੇ ਕੋਲ ਕੋਈ ਵੀ ਚੀਜ਼, ਉਹਦੇ 'ਚ ਸਪੋਜ਼ ਕਰੋ ਏ ਆ, ਠੀਕ ਹੈ। ਇਹ ਕੀ ਹੈ, ਇਹਦੇ ਤੇ ਕੋਈ ਵੀ ਚਾਰਜ ਨਹੀਂ ਹੈਗਾ, ਨਾ ਇਹਦੇ ਤੇ ਪੋਜ਼ਿਟਿਵ ਚਾਰਜ ਹੈ ਨਾ ਇਹਦੇ ਤੇ ਨੈਗੇਟਿਵ ਚਾਰਜ ਹੈ, ਠੀਕ ਹੈ। ਅਗਰ ਤਾਂ ਪੋਜ਼ਿਟਿਵ ਚਾਰਜ ਹੋਏਗਾ ਮੀਨਸ ਇਹ ਆਕਸੀਡੇਸ਼ਨ ਹੋਏਗੀ, ਅਗਰ ਨੈਗੇਟਿਵ ਚਾਰਜ ਹੋਏਗਾ ਮੀਨਸ ਰਿਡਕਸ਼ਨ ਹੋਏਗੀ, ਠੀਕ ਹੈ। ਕਿਉਂਕਿ ਪੋਜ਼ਿਟਿਵ ਦਾ ਮੀਨਸ ਕਿ ਇਹਦੇ ਕੋਲ ਘਟਦੇ ਜਾ ਰਹੇ ਆ, ਠੀਕ ਹੈ। ਸੋ ਇਹ ਹੋ ਗਿਆ। ਵੈਸੇ ਪੋਜ਼ਿਟਿਵ ਦਾ ਮਤਲਬ ਗੱਲ ਕਰੀਏ, ਪਲੱਸ ਦੀ ਗੱਲ ਕਰੀਏ ਤਾਂ ਸਾਨੂੰ ਹੁੰਦਾ ਕਿ ਇਹ 'ਚ ਇਨਕਰੀਜ਼ ਹੋਇਆ, ਬਟ ਇਹਦੇ ਵਿੱਚ ਕੀ ਹੋਏਗਾ, ਅਗਰ ਇਹ ਦੇ ਉੱਪਰ ਪੋਜ਼ਿਟਿਵ ਆਇਆ ਜਾਂ ਕਿਸੇ ਵੀ ਚੀਜ਼ ਦੇ ਉੱਤੇ
ए सपोज करो ये A2 पॉजिटिव आ गया, दैट मीनस कि इनू 2 इलैक्ट्रॉन्स की घाट है, ठीक है। अगर A2 नैगेटिव आ गया मीनस कि इनू 2 इलैक्ट्रॉन्स ये को ज्यादा है, ठीक है। सो ए ਜਿਹੜਾ इस टाइम पे जो मैं ਤੁਹਾਨੂੰ ਦੱਸ ਰਹੀ ਹਾਂ ਇਹ न्यूट्रल है, मीनस ना तो ये ज्यादा वादा है इलैक्ट्रॉन ਤੇ ना ही ज्यादा घट आ, मतलब ये फुलफिल है, ठीक है। ये अपने आप च सफिशियंट है, ठीक है। ना ही किसी को देगा ना ही किसी को लेगा। हम सपोज करो मैं जबरदस्ती ये इलैक्ट्रॉन कढ़ा लिया, ठीक है। एक इलैक्ट्रॉन मैं ये कढ़ लिया बाहर, ठीक है, इलैक्ट्रॉन कढ़ लिया तो ये की बन जाएगा ए पॉजिटिव हो जाएगा, एक इलैक्ट्रॉन की हो जाएगी घाट होगी। व्हाट इज कॉल्ड ऑक्सीडेशन, मतलब ये एक इलैक्ट्रॉन की होगी घाट होगी, मतलब लॉज ऑफ इलैक्ट्रॉन। एंड ये लिए आप इंपॉर्टेंट की आ लियो, इनू याद रख लोगे, तुहानू याद रहेगा, बिकॉज बच्चों को यही चीज़ भुलदी है, न्यूमेरिकल्स इसे बेस से होंगे आ, तो बच्चे गलत कराते हैं, ठीक है। तो लॉज ऑफ इलैक्ट्रॉन असीं की कवांगे ऑक्सीडेशन, तो गेन ऑफ इलैक्ट्रॉन असीं की कवांगे रिडक्शन। आई होप तुहानू ये चीज़ क्लीयर होगी, ठीक है। सो अगर असीं गल करिए तो कुछ एग्जाम्पल्स आ रिलेटेड, ठीक है। सो रिडक्शन मीनस गेन्स ऑफ इलैक्ट्रॉन। तो सपोज करो कि आ बी आ, ठीक है, इन्हों मैं एक इलैक्ट्रॉन देता, ये हैगा सफिशियंट आ, बट इन्हों मैं एक इलैक्ट्रॉन चलो देता तो ये की हो गया, ये नेगेटिव हो गया, राइट, प्लस द साइन मीनस मैं देता, इधर मैं नेगेटिव साइन सी मैं ये कढ़ रही सी, ठीक है। सो इधर हो गया साडे को बी नेगेटिव, ठीक है। हुण मैं फिर इन्हों एक इलैक्ट्रॉन देता तो ये B2 नेगेटिव हो गया, मीनस इनू होर ज्यादा मिल गई, ठीक है। सो अगर तो इलैक्ट्रॉन की ज्यादा मात्रा होएगी, है ना, ज्यादा होएगा तो नेगेटिव शो, अगर नेगेटिव साइन होएगा मीनस कि कोई ज्यादा, ठीक है, एक्सेस च। अगर पॉजिटिव होएगा मीनस ये घट है, ठीक है। सो होप है तुहानू ये चीज़ क्लीयर होगी। नाउ व्हाट इज रिडॉक्स रिएक्शन, बेसिकली अगर गल करिए रिडॉक्स, ठीक है, रिडॉक्स तो दो चीज़ों तो बने, दो वर्ड्स तो बने, ठीक है, रिडॉक्स। सो रिडॉक्स ਇਹਦਾ ਕੀ मतलब है रिडक्शन, आई होप तुहानू क्लीयर होएगा, दिख रहा होएगा, रिडक्शन। एंड ऑक्स मीनस ऑक्सीडेशन, ठीक है। सो मतलब कि जेड़ा कैमिकल प्रोसैस जिहदे विच लॉज ऑफ इलैक्ट्रॉन्स भी हो रहे हैं, गेन ऑफ इलैक्ट्रॉन्स भी हो रहे हैं, उन्होंने असीं की कहने आ रिडॉक्स रिएक्शन, ठीक है। द प्रोसैस इन विच रिडक्शन एंड ऑक्सीडेशन अकर साइमल्टेनियसली, उन्होंने असीं की कहने आ रिडॉक्स रिएक्शन, ठीक है। So there are two types of reactions basically, एक हुंदी है डायरेक्ट एंड एक हुंदी है इनडायरेक्ट। तो डायरेक्ट दे विच की हुंदा है व्हेन रिडॉक्स रिएक्शन अकर इन अ सिंगल बीकर, दैट इज एनोड ते कैथोड आर डिप्ड इन अ सेम इलैक्ट्रोलाइटिक सॉल्यूशन। सो ਉਹਦੇ ਵਿੱਚ ਕੀ ਹੋਏਗਾ कि साडे को एक तरह ਦੀ होएगी, ठीक है, ਉਹਦੇ ਵਿੱਚ एनोड ਤੇ कैथोड ਜਿਹੜੇ ਇੱਕੋ ਬੀਕਰ 'ਚ ਲੱਗੇ ਹੋਣਗੇ, ठीक है। सो ਸਾਡੇ को ਜਿਹੜੀ ਹੋਏਗੀ ਉਹ डायरेक्ट ऑक्सीडेशन रिडॉक्स रिएक्शन होएगी। इनडायरेक्ट मीनस कि व्हेन ऑक्सीडेशन रिडक्शन अकर इन टू सैपरेट बीकर्स। ਹੁਣ ਜਿਹੜੀ ਆ ऑक्सीडेशन ਤੇ रिडक्शन ਦੋ सैपरेट बीकर्स 'ਚ ਹੋਏਗੀ, ਉਹ ਅਸੀਂ ਅੱਗੇ ਜਾ ਕੇ ਜਦੋਂ ਅਸੀਂ ਗੈਲਵੈਨਿਕ ਸੈੱਲ ਕਰਾਂਗੇ ਉਹਦੇ ਵਿੱਚ ਸਾਨੂੰ ਕਲੀਅਰ ਹੋਏਗਾ ਕਿ ਉਹਦੇ 'ਚ ਦੋ ਅਲੱਗ-ਅਲੱਗ बीकर्स ਦੇ ਵਿੱਚ ਅਸੀਂ ਇਸ ਚੀਜ਼ ਨੂੰ ਕਰਾਂਗੇ, ठीक है। तो ਉਹਦੇ ਵਿੱਚ ਇੱਕ ਚ ਆਕਸੀਡੇਸ਼ਨ ਹੋਏਗੀ, ਇੱਕ ਚ ਰਿਡਕਸ਼ਨ ਹੋਏਗੀ, ਠੀਕ ਹੈ। ਸੋ ਇੱਕ ਦੇ ਵਿੱਚੋਂ ਸੋਲੂਸ਼ਨ ਜਿਹੜਾ ਦੂਸਰੇ ਦੇ ਵਿੱਚ ਆਏਗਾ। ਸੋ ਹੋਪ ਇੱਥੋਂ ਤੱਕ ਤੁਹਾਨੂੰ ਕਲੀਅਰ ਹੋਏਗਾ, ਠੀਕ ਹੈ। ਐਂਡ ਅੱਗੇ ਅਸੀਂ ਗੱਲ ਕਰੀਏ ਅਗਰ ਇਲੈਕਟ੍ਰੋਲਾਈਟ। ਸੋ ਵਾਟ ਇਜ਼ ਬੇਸਿਕਲੀ ਇਲੈਕਟ੍ਰੋਲਾਈਟ, it is a compound which is made up of positive and negative ions, also called salt, which upon dissociation give rise to cation positive as well as एनाइन। सो इलैक्ट्रोलाइट जिहड़ा आ ये कंपाउंड हुंदा आ जिहड़े सानू पॉजिटिव ते नेगेटिव आयन्स जिहड़े आ प्रोवाइड करदा है, ठीक है। सो इलैक्ट्रोलाइटिक सैल दे विच की हुंदा है कि इलैक्ट्रिक एनर्जी इज ईदर कंज्यूम्ड टू ब्रिंग अबाउट द केमिकल रिएक्शन, ठीक है। सो बेसिकली इलैक्ट्रोलाइट ये हुंदा, दो तरह के इलैक्ट्रोलाइट हुंदे आ, एक हुंदा स्ट्रॉन्ग इलैक्ट्रोलाइट, एक हुंदा वीक इलैक्ट्रोलाइट। इलैक्ट्रोलाइट बेसिकली हुंदा की आ कि जदों असीं किसी भी रिएक्शन नूं करना हुंदा है ना, किसी भी रिएक्शन नूं असीं प्रोवाइड करवाउणा हुंदा, सो ਉਹਦੇ ਵਿੱਚ ਅਸੀਂ ਇਲੈਕਟ੍ਰੋਲਾਈਟ ਪਾਉਂਦੇ ਆ, ਉਹਦੇ ਵਿੱਚ ਅਸੀਂ ਫਿਰ ਸੋਲਿਊਸ਼ਨਸ ਨੂੰ ਡਿਪ ਕਰਦੇ ਆ। ਤਾਂ ਇਲੈਕਟ੍ਰੋਲਾਈਟ ਅਗਰ ਤਾਂ ਸਟਰੋਂਗ ਹੋਏਗਾ ਤੇ ਫਿਰ ਸਟਰੋਂਗ ਜਿਹੜੇ ਅਸੀਂ ਜਦੋਂ ਪਾਵਾਂਗੇ ਉਹਨਾਂ ਦੇ ਵਿੱਚ ਸੋਲਿਊਸ਼ਨ ਦੇ ਵਿੱਚ ਤਾਂ ਉਹ ਚੰਗੀ ਤਰ੍ਹਾਂ ਹੋ ਜਾਏਗਾ, ਠੀਕ ਹੈ। ਹੁਣ ਜਿਵੇਂ ਸਟਰੋਂਗ ਇਲੈਕਟ੍ਰੋਲਾਈਟ ਹੁੰਦਾ, ਥੀਸ ਇਲੈਕਟ੍ਰੋਲਾਈਟ ਵਿਲ ਡਿਸੋਸੀਏਟ ਕੰਪਲੀਟਲੀ ਇਨਟੂ ਪੋਜ਼ਿਟਿਵ ਐਂਡ ਨੈਗੇਟਿਵ ਆਇਨਸ, ਠੀਕ ਹੈ। ਜਿਹੜੇ ਸਟਰੋਂਗ ਇਲੈਕਟ੍ਰੋਲਾਈਟ ਹੁੰਦੇ ਆ ਉਹ ਕੰਪਲੀਟਲੀ ਡਿਸੋਸੀਏਟ ਹੋ ਜਾਂਦੇ, ਡਿਸੋਸੀਏਟ ਮਤਲਬ ਟੁੱਟ ਜਾਂਦੇ ਆ ਇਨਟੂ ਪੋਜ਼ਿਟਿਵ ਤੇ ਨੈਗੇਟਿਵ ਆਇਨਸ ਦੇ ਵਿੱਚ, ਠੀਕ ਹੈ। ਸੋ ਦਿਸ देयर ਸੋਲਿਊਸ਼ਨ ਵਿਲ ਬੀ ਹਾਈਲੀ ਕੰਡਕਟਿੰਗ। ਕੰਡਕਟਿੰਗ मीनस कि वो चंगी तरह
ਚੀਜ਼ ਨੂੰ ਕੰਡਕਟ ਕਰ ਲੈਂਦਾ। ਫੋਰ ਐਗਜ਼ਾਮਪਲ NaCl NaOH H2SO4 KCl। ਅਗਰ ਅਸੀਂ ਆਪਾਂ ਧਿਆਨ ਨਾਲ ਦੇਖਾਂਗੇ ਇਸ ਚੈਪਟਰ ਦੇ ਵਿੱਚ, ਵੈਸੇ ਵੀ ਅਗਰ ਅਸੀਂ ਦੇਖੀਏ ਤਾਂ ਬੇਸਿਕਲੀ ਇਹਨਾਂ ਦੀ ਯੂਜ਼ ਹੁੰਦੀ ਆ, ਠੀਕ ਹੈ। ਸੋਡੀਅਮ ਕਲੋਰਾਈਡ ਇਹਨਾਂ ਦਾ ਬਹੁਤ ਯੂਜ਼ ਹੁੰਦਾ ਰਿਐਕਸ਼ਨਸ ਦੇ ਵਿੱਚ, ਬਿਕਾਜ਼ ਇੱਕ ਤਾਂ ਹੀ ਕੰਡਕਟਿੰਗ ਹੁੰਦੇ ਆ, ਠੀਕ ਹੈ, ਸਟਰੋਂਗ ਇਲੈਕਟ੍ਰੋਲਾਈਟ ਹੁੰਦੇ ਆ। ਸੋ ਵੀਕ ਇਲੈਕਟ੍ਰੋਲਾਈਟ ਜਿਹੜੇ ਹੋਣਗੇ ਉਹ ਡਿਸੋਸੀਏਟ ਨਹੀਂ ਕਰਨਗੇ ਕੰਪਲੀਟਲੀ ਪੋਜ਼ਿਟਿਵ ਤੇ ਨੈਗੇਟਿਵ ਆਇਨਸ ਦੇ ਵਿੱਚ। ਇਟ ਮੀਨਸ ਸੋਲਿਊਸ਼ਨ ਇਜ਼ ਲੈਸ ਕੰਡਕਟਿੰਗ ਡਿਊ ਟੂ ਅਵੇਲੇਬਿਲਿਟੀ ਆਫ ਆਇਨਸ ਜਿਹੜੇ ਇਹਦੇ ਵਿੱਚ ਘੱਟ ਹੁੰਦੇ ਆ, ਠੀਕ ਹੈ। ਸੋ ਆਈ ਹੋਪ ਇੱਥੋਂ ਤੱਕ ਤੁਹਾਨੂੰ ਕਲੀਅਰ ਹੋਊਗਾ, ਠੀਕ ਹੈ। ਅਗਰ ਕੋਈ ਵੀ ਡਾਊਟ ਹੈ ਤਾਂ ਤੁਸੀਂ ਮੈਨੂੰ ਕਮੈਂਟਸ ਕਰਕੇ ਪੁੱਛ ਸਕਦੇ ਹੋ, ਠੀਕ ਹੈ। ਸੋ ਇਹਦੇ ਵਿੱਚ ਇੰਨਾ। ਅਗਰ ਆਪਾਂ ਨੈਕਸਟ ਗੱਲ ਕਰ ਲਈਏ ਹਾਈਡਰੋਲਾਈਸਿਸ ਤੇ ਇਲੈਕਟ੍ਰੋਲਾਈਸਿਸ ਦੀ, ਠੀਕ ਹੈ। ਹਾਈਡਰੋਲਾਈਸਿਸ ਮੀਨਸ ਕਿ ਹਾਈਡਰੋ ਮੀਨਸ ਵਾਟਰ, ਇਹ ਸਾਨੂੰ ਪਤਾ, ਠੀਕ ਹੈ। ਲਾਈਸਿਸ ਮੀਨਸ ਬ੍ਰੇਕਡਾਊਨ। ਜਦੋਂ ਇਲੈਕਟ੍ਰੋਲਾਈਟ ਅੰਡਰਗੋ ਡਿਸੋਸੀਏਸ਼ਨ ਬਾਈ ਯੂਜ਼ਿੰਗ ਵਾਟਰ, ਉਹਨੂੰ ਅਸੀਂ ਹਾਈਡਰੋਲਾਈਸਿਸ ਕਹਿੰਦੇ ਆ। ਇਹ ਬਹੁਤ ਜ਼ਿਆਦਾ ਸਲੋ ਪ੍ਰੋਸੈਸ ਹੁੰਦਾ ਹੈ ਐਂਡ ਇਟ ਕੈਨ ਬੀ ਇਨਹਾਂਸਡ ਬਾਈ ਐਡਿੰਗ ਇਲੈਕਟ੍ਰੋਡਸ। ਇਲੈਕਟ੍ਰੋਡਸ ਕੀ ਹੁੰਦੇ ਆ? ਐਨੋਡ ਔਰ ਕੈਥੋਡ, ਠੀਕ ਹੈ। ਐਨਾਇਨ ਔਰ ਕੈਟਾਇਨ, ਇਹਨਾਂ 'ਚ ਫਰਕ ਆ, ਠੀਕ ਹੈ। ਐਨੋਡ ਤੇ ਕੈਥੋਡ ਜਿਹੜੀਆਂ ਹੁੰਦੀਆਂ ਇਹ ਦੋ ਸਾਡੇ ਕੋਲ ਹੁੰਦੀਆਂ ਸਟ੍ਰਿਪਸ ਹੁੰਦੀਆਂ, ਠੀਕ ਹੈ, ਦੋ ਰੋਡਸ ਹੁੰਦੀਆਂ, ਠੀਕ ਹੈ, ਜਿਹਦੇ ਵਿੱਚ ਐਨਾਇਨ ਅਸੀਂ ਪ੍ਰੋਵਾਈਡ ਕਰਦੇ ਹਾਂ, ਉਹਨਾਂ ਨੂੰ ਚਾਰਜ ਪ੍ਰੋਵਾਈਡ ਕਰਦੇ ਹਾਂ, ਠੀਕ ਹੈ। ਸੋ ਹਾਈਡਰੋਲਾਈਸਿਸ ਮੀਨਸ ਵਾਟਰ ਦੀ ਬ੍ਰੇਕਡਾਊਨ ਕਰਨਾ, ਠੀਕ ਹੈ। ਇਲੈਕਟ੍ਰੋਲਾਈਸਿਸ ਮੀਨਸ ਜਿਹਦੇ ਵਿੱਚ ਬ੍ਰੇਕਡਾਊਨ ਆਫ ਇਲੈਕਟ੍ਰੋਲਾਈਟ ਬਾਈ ਯੂਜ਼ਿੰਗ ਇਲੈਕਟ੍ਰਿਸਿਟੀ, ਉਹਨੂੰ ਅਸੀਂ ਇਲੈਕਟ੍ਰੋਲਾਈਸਿਸ ਕਹਿੰਦੇ ਆ, ਜਿਹਦੇ ਵਿੱਚ ਅਸੀਂ ਇਲੈਕਟ੍ਰਿਸਿਟੀ ਦੀ ਯੂਜ਼ ਕਰਦੇ ਹਾਂ, ਠੀਕ ਹੈ। ਤੇ ਨॉन ਇਲੈਕਟ੍ਰੋਲਾਈਟ, these compounds will not dissociate it into ions. It means these solutions are not conducting. Example यूरिया ते ग्लूकोज। हाँ, ਇਹਦੇ ਵੀ ਅੱਗੇ ਜਾ ਕੇ ਬਹੁਤ ਇੰਪੋਰਟੈਂਟ ਆਏਗਾ यूरिया ਤੇ ग्लूकोज। ਇਹਦੇ ਵਿੱਚ ਜਦੋਂ ਵੀ ਕੁਐਸਚਨ ਆਏਗਾ, ਨੂਮੈਰੀਕਲ ਆਏਗਾ, ਇਹ ਤੇ ਡਿਸੋਸੀਏਟ ਹੀ ਨਹੀਂ ਹੁੰਦੇ, ਠੀਕ ਹੈ। ਸੋ ਇਹਦਾ ਤਾਂ ਨੂਮੈਰੀਕਲ ਅੱਗੇ ਪ੍ਰੋਸੀਡ ਹੀ ਨਹੀਂ ਕਰੇਗਾ, ਬਿਕਾਜ਼ यूरिया ਤੇ ग्लूकोज ਨਾ ਇਹ ਪੋਜ਼ਿਟਿਵ ਆਇਨ 'ਚ ਟੁੱਟਦੇ ਆ, ਨਾ ਇਹ ਨੈਗੇਟਿਵ ਆਇਨ 'ਚ ਟੁੱਟਦੇ ਆ, ਇਹ ਡਿਸੋਸੀਏਟ ਹੀ ਨਹੀਂ ਹੁੰਦੇ, ਇਹ ਟੁੱਟਦੇ ਹੀ ਨਹੀਂ ਆਇਨਸ ਦੇ ਵਿੱਚ। ਸੋ यूरिया ਤੇ ग्लूकोज, ਠੀਕ ਹੈ, ਇਹਨਾਂ ਦੇ ਵਿੱਚ ਜਿਹੜਾ ਆ ਕੋਈ ਵੀ ਰਿਐਕਸ਼ਨ ਨਹੀਂ ਹੋਏਗੀ, ਬਿਕਾਜ਼ ਇਹ ਨਹੀਂ ਟੁੱਟਦੇ ਪੋਜ਼ਿਟਿਵ ਤੇ ਨੈਗੇਟਿਵ ਆਇਨਸ ਦੇ ਵਿੱਚ, ਠੀਕ ਹੈ। ਇਸ ਤੋਂ ਬਾਅਦ ਇਹੋ ਹੀ ਹੈ ਕਿ what is anode? The electrode which is connected with positive terminal of a battery। ਜਿਹੜੀ ਬੈਟਰੀ ਦੀ ਪੋਜ਼ਿਟਿਵ ਟਰਮੀਨਲ, ਦੇਖੋ ਇਹਦੇ ਵਿੱਚ ਬੈਟਰੀ ਦੀ ਪੋਜ਼ਿਟਿਵ ਟਰਮੀਨਲ ਨਾਲ ਜਿਹੜਾ ਕਨੈਕਟ ਹੁੰਦਾ ਆ ਉਹਨੂੰ ਅਸੀਂ ਐਨੋਡ ਕਹਿੰਦੇ ਆ, ਠੀਕ ਹੈ। ਜਿਹੜੀ ਬੈਟਰੀ ਦੀ ਨੈਗੇਟਿਵ ਟਰਮ ਨਾਲ ਕਨੈਕਟ ਹੋਏਗਾ ਉਹਨੂੰ ਅਸੀਂ ਕੈਥੋਡ ਕਹਾਂਗੇ, ਠੀਕ ਹੈ। ਕੈਟਾਇਨ ਕੀ ਹੁੰਦਾ ਹੈ? these are the positive charge ions migrated towards cathode। ਹੁਣ ਦੇਖੋ एनोड मतलब पॉजिटिव ਦੀ ਬੈਟਰੀ ਨਾਲ ਲੱਗਿਆ, ਮੀਨਸ एनोड ਦਾ ਜਿਹੜਾ ਹੋ ਗਿਆ ਉਹ ਨੇਚਰ ਕੀ ਹੋ ਗਿਆ? ਪੋਜ਼ਿਟਿਵ। ਤੇ ਆਪਾਂ ਨੂੰ ਪਤਾ ਹੈ ਕਿ ਜਿਹੜੇ ਲਾਈਕ ਚਾਰजेस ਆ ਉਹ ਰਿਪੈਲ ਕਰਦੇ ਆ ਇੱਕ ਦੂਜੇ ਨੂੰ। ਤਾਂ ਕੈਟਾਇਨ ਕੀ ਹੁੰਦਾ? ਬੇਸਿਕਲੀ ਕੈਟਾਇਨ ਹੁੰਦਾ ਪੋਜ਼ਿਟਿਵ ਚਾਰਜ ਤੇ ਐਨਾਇਨ ਹੁੰਦਾ ਨੈਗੇਟਿਵ ਚਾਰਜ, ਇਹ ਯਾਦ ਰੱਖਿਓ, ਠੀਕ ਹੈ। ਕੈਟਾਇਨ ਕੀ ਹੁੰਦਾ? ਪੋਜ਼ਿਟਿਵ ਚਾਰਜ। ਤੇ ਜਿਹੜਾ ਕੈਟਾਇਨ ਆ ਉਹ ਫਿਰ ਕਿੱਧਰ ਜਾਏਗਾ? ਨੈਗੇਟਿਵ ਵੱਲ ਜਾਏਗਾ, ਮੀਨਸ ਕੈਟਾਇਨ ਕਿੱਧਰ ਜਾਏਗਾ? ਕੈਥੋਡ ਵੱਲ ਜਾਏਗਾ। ਤੇ ਜਿਹੜਾ ਐਨਾਇਨ ਆ ਉਹ ਕਿੱਧਰ ਜਾਏਗਾ? ਫਿਰ एनोड वाल जाएगा, ठीक है। बिकॉज लाइक रिपेल्स ईच अदर एंड अनलाइक अट्रैक्ट ईच अदर। तो पॉजिटिव नेगेटिव को जाएगा, नेगेटिव पॉजिटिव को जाएगा। टाइम की हो गया पॉजिटिव चार्ज, तो 9 की हो गया नेगेटिव चार्ज, ठीक है। सो अगला जिहड़ा हैगा आ सी इलैक्ट्रोकैमिकल सैल, ठीक है। आई होप इत्थे तक तुहानूं क्लीयर होगा, ठीक है। इलैक्ट्रोकैमिकल सैल की गल आपां नैक्सट लैक्चर च करांगे। इत्थों तक अगर तुहानूं क्लीयर है प्लीज़ मैनूं कमेंट करके दस दो। प्लीज़ डू लाइक एंड सबसक्राइब माई चैनल एंड थैंक यू गाइस।